Hello, dear student. Today I will discuss the next topic of projectile. In our previous video lecture, I will discuss the first part of projectile. When we drop a projectile or a object from a specific height, then that type of projectile is horizontal projectile. In this video, I will discuss when a projectile fired an angle with the horizontal. ਸੋ ਦੇਖੋ ਇਹਦੇ ਵਿੱਚ ਕੀ ਦੇਖਣਾ ਆਪਾਂ ਕਰਨਾ ਇਹਦੇ ਵਿੱਚ ਆਪਾਂ ਨੇ ਜੇਕਰ ਆਪਾਂ ਕਿਸੇ ਪ੍ਰੋਜੈਕਟਾਈਲ ਨੂੰ ਕਿਸੇ ਐਂਗਲ ਤੋਂ ਗਰਾਊਂਡ ਤੋਂ ਰਹਿ ਕੇ ਫਾਇਰ ਕਰਦੇ ਆ ਤਾਂ ਉਹ ਕੀ ਮੋਸ਼ਨ ਸ਼ੋ ਕਰੂਗਾ ਅਲੋਂਗ ਹੌਰੀਜ਼ੌਂਟਲ ਅਲੋਂਗ ਵਰਟੀਕਲ ਤੇ ਉਹਦਾ ਕੀ ਟਾਈਮ ਆਫ ਫਲਾਈਟ ਹੋਊਗਾ ਕਿੰਨੀ ਮੈਕਸਿਮਮ ਹਾਈਟ ਗੇਨ ਕਰੂਗਾ ਉਹ ਪ੍ਰੋਜੈਕਟਾਈਲ ਤੇ ਕਿੰਨੀ ਉਹਦੀ ਰੇਂਜ ਹੋਵੇਗੀ ਉਹ ਆਪਾਂ ਨੇ ਡਿਸਕਸ ਕਰਨਾ ਇਹਦਾ ਜੇ ਤੁਸੀਂ ਸਿੰਪਲ एग्जाम्पल समझना होवे तो आप कह सकते हैं जो कोई बैट्समैन किसी बॉल में हिट करता है मान लो कि वो 6 लगा रहा है जो 6 लगा रहा है बैट्समैन तो जो बॉल उपर जाती है तो जी पाथ फॉलो करती है वो एक तरह का कह सकते हो एक तरह का वो प्रोजैक्टाइल नूं ही रिप्रजेंट करती है हुण उहदी पाथ किहो जी आ ये आपां प्रीवियस वीडियो च भी पढ़िया सी हुण भी पढ़ांगे कि वो किहो जी पाथ फॉलो करती है जिन्हों आपां इस सिंपल लैंग्वेज फिजिक्स लैंग्वेज दे विच ट्रैजेक्टरी दा नाम दिता सी सो इहदे लई देखो की कीता आपां ने मैं जो बोर्ड ते लिखिया कंसीडर कीता एक प्रोजैक्टाइल नूं जो फायर कीता गया वेलोसिटी u दे नाल ते ओह एंगल बना रहा है थीटा विद हॉरिजॉन्टल हुण देखो जदों कोई पाथ सर्कुलर होवे सेमी सर्कुलर होवे ਤਾਂ ਉਸ ਪਾਥ ਦੇ ਉੱਪਰ ਸਪੀਡ ਤੇ ਵੈਲੋਸਿਟੀ ਡਿਫਰੈਂਟ ਹੁੰਦੀ ਸਪੀਡ ਅਤੇ ਵੈਲੋਸਿਟੀ ਦਾ ਮੈਗਨੀਟਿਊਡ ਸੇਮ ਹੁੰਦਾ ਬਟ ਵੈਲੋਸਿਟੀ ਦੀ ਡਾਇਰੈਕਸ਼ਨ ਹੋਣ ਕਰਕੇ ਉਹ ਹਰੇਕ ਪੁਆਇੰਟ ਦੇ ਉੱਪਰ ਉਸ ਪਾਥ ਦੇ ਕੀ ਦੇਖਣ ਨੂੰ ਮਿਲੂਗੀ ਡਿਫਰੈਂਟ ਦੇਖਣ ਨੂੰ ਮਿਲੂਗੀ ਤਾਂ ਮੈਂ ਤੁਹਾਨੂੰ ਪ੍ਰੀਵੀਅਸ ਕਲਾਸਿਸ 'ਚ ਵੀ ਦੱਸਿਆ ਕਿ ਜੇਕਰ ਆਪਾਂ ਨੇ ਵੈਲੋਸਿਟੀ ਫਾਈਂਡ ਕਰਨੀ ਹੋਵੇ ਤਾਂ ਆਪਾਂ ਕੀ ਕਰਦੇ ਹੁੰਦੇ ਆ ਉਸ ਪਾਥ ਉਸ ਕਰਵ ਦੇ ਉੱਪਰ ਇੱਕ ਪੁਆਇੰਟ ਲੈਂਦੇ ਆ ਤੇ उसके उपर एक टेंजेंट ड्रा करते हैं जिवें आ मैं इत्थे शो किया है जिहड़ा u है वो की है उसकी इनिशियल वेलोसिटी हुण जिहड़ी वेलोसिटी है वो एक वैक्टर क्वांटिटी है सो जो वैक्टर क्वांटिटी हुंदी आ उहनूं आपां रिजोल्व कर सकते हैं उहदे दो कंपोनेंट दे विच ये भी आपां ने टॉपिक कीता होया डिस्कस कीता होया सो देखो जिहड़ा ये थीटे नाल कंपोनेंट होऊगा उहनूं आपां कहंदे सी u cos थीटा ਤੇ ਇਸ u cos थीटा ਦੇ ਜਿਹੜਾ ਪਰਪੈਂਡੀਕੂਲਰ ਹੋਊਗਾ ਮੈਂ ਥੋੜਾ ਰੰਗ ਕਲਰ ਚੇਂਜ ਕਰ ਲਿਆ ਹੈ ਜਿਹੜਾ ਆ ਇਸ u cos थीटा ਦੇ ਪਰਪੈਂਡੀਕੂਲਰ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਇੱਥੇ ਲਿਖ ਦਿੰਦੇ ਆ ਉਹ ਹੋਊਗਾ ਆਪਣਾ ਕੰਪੋਨੈਂਟ u sin थीटा ਤੇ ਜਿਹੜਾ ਵੈਲੋਸਿਟੀ ਵੈਕਟਰ ਆ ਜੇਕਰ ਆਪਾਂ ਕਿਸੇ ਪ੍ਰੋਜੈਕਟਾਈਲ ਨੂੰ ਫਾਇਰ ਕਰਦੇ ਆ ਕਿਸੇ ਐਂਗਲ ਤੇ ਤਾਂ ਉਹਦੇ ਦੋ ਕੰਪੋਨੈਂਟ ਦੇਖਣ ਨੂੰ ਮਿਲਦੇ ਆ ਇੱਕ ਦਿਖਦਾ ਹੈ u cos थीटा another one is u sin theta ਹੁਣ ਆ ਦੇਖੋ ਨੈਕਸਟ ਸਲਾਈਡ ਦੇ ਵਿੱਚ the velocity of projectile can be resolved into two component ਉਹ ਕਿਹੜੇ ਹੋਣਗੇ ਵੀ ਪਹਿਲਾ ਹੋਊਗਾ ux is equal to ਜਿਹੜਾ u x axis ਦੇ along u cos theta and uy along y axis ਉਹ ਹੋਊਗਾ ਆਪਣਾ u sin theta ਇਸ ਤੋਂ ਬਾਅਦ ਜਿਹੜਾ ਨੈਕਸਟ ਹੈ ਇਹਦੇ ਵਿੱਚ ਪੜਨਾ ਆਪਾਂ ਨੇ ਕਿ ਜਦੋਂ ਆਪਾਂ ਪ੍ਰੋਜੈਕਟਾਈਲ ਨੂੰ ਫਾਇਰ ਕਰਦੇ ਆ ਕਿਸੇ ਐਂਗਲ ਤੇ ਤੇ ਉਹ ਐਂਗਲ ਬਣਦਾ ਹੌਰੀਜ਼ੌਂਟਲ ਨਾਲ ਤਾਂ ਮੋਸ਼ਨ ਅਲੋਂਗ ਹੌਰੀਜ਼ੌਂਟਲ ਕੀ ਹੋਵੇਗਾ ਸੋ ਇਹਦੇ ਵਿੱਚ ਆਪਾਂ ਨੇ ਜੋ ਪਹਿਲਾਂ ਅਸਿਊਮ ਕਰਨਾ ਹੈ ਕਿ ਆਪਾਂ ਇਹਦੇ ਵਿੱਚ ਜਿਹੜੀ ਹਵਾ ਦੀ ਫ੍ਰਿਕਸ਼ਨ ਆ ਉਹਨੂੰ ਨੈਗਲੈਕਟ ਕਰ ਰਹੇ ਹਾਂ ਜਦੋਂ ਉਹਨੂੰ ਨੈਗਲੈਕਟ ਕਰਾਂਗੇ ਤਾਂ ਜਿਹੜਾ ਹੌਰੀਜ਼ੌਂਟਲ ਕੰਪੋਨੈਂਟ ਹੋਊਗਾ ਵੈਲੋਸਿਟੀ ਦਾ ਉਹ ਰਿਮੇਨਸ ਕਾਂਸਟੈਂਟ ਰਹੂਗਾ ਹੁਣ ਆ ਡਾਇਗਰਾਮ ਦੇ ਵਿੱਚ ਦੇਖੋ ਜਿਹੜਾ ਹੌਰੀਜ਼ੌਂਟਲ ਕੰਪੋਨੈਂਟ ਆ ਇਸ ਵੈਲੋਸਿਟੀ ਦਾ ਉਹ ਹੈਗਾ ਆਪਣਾ u cos थीटा ਸੋ ਇਨੀਸ਼ੀਅਲ ਵੈਲੋਸਿਟੀ ਵੀ ਕੀ ਹੋਵੇਗੀ ਆਪਣੀ ਅਲੋਂਗ ਹੌਰੀਜ਼ੌਂਟਲ ਉਹ ਹੋਵੇਗੀ u cos थीटा u cos थीटा ਇਹ ਆ ਗਈ ਆਪਣੀ इनिशियल वेलोसिटी along horizontal ਹੁਣ ਆ ਜਾਂਦੀ ਹੈ ਐਕਸਲੇਸ਼ਨ ਕੀ ਹੋਵੇਗੀ ਐਕਸਲੇਸ਼ਨ ਨੂੰ ਆਪਾਂ ax ਲਿਖ ਸਕਦੇ ਹਾਂ ਨਾ ਹੁਣ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਨੇ ਇੱਥੇ 에ਅਰ ਦੀ ਫ੍ਰਿਕਸ਼ਨ ਨੂੰ ਨੈਗਲੈਕਟ ਕਰਤਾ
ਜਦੋਂ ਉਹਨੂੰ ਨੈਗਲੈਕਟ ਕਰਤਾ ਤਾਂ ਵੈਲੋਸਿਟੀ ਕਾਂਸਟੈਂਟ ਆ। ਹੁਣ ਵੈਲੋਸਿਟੀ ਕਾਂਸਟੈਂਟ ਆ ਤਾਂ ਐਕਸਲੇਸ਼ਨ ਤਾਂ ਉੱਥੇ ਕੀ ਹੁੰਦੀ ਆ, ਜੇ ਐਕਸਲੇਸ਼ਨ ਫਾਈਂਡ ਕੀਤੀ ਜਾਵੇ ਤਾਂ ਉਹ ਹੋਗੀ 0, ਬਿਕੋਜ਼ ਵੀ ਨੋ ਦੈਟ acceleration is defined as rate of change of velocity। ਜੇ velocity change ਹੋਵੇਗੀ ਤਾਂ ਹੀ ਆਪਾਂ ਕਹਿ ਸਕਦੇ ਹਾਂ the object is accelerated। Here in this case velocity is constant, so we say that along horizontal the acceleration is 0। ਸੋ ਇਹ ਦੋ ਪੁਆਇੰਟ ਤੁਹਾਨੂੰ ਕਲੀਅਰ ਹੋ ਚੁੱਕੇ ਹੋਣਗੇ। ਨੈਕਸਟ ਦੇਖੋ, ਇਹਦੇ ਵਿੱਚ ਪੋਜੀਸ਼ਨ ਫਾਈਂਡ ਕਰਨੀ ਹੈ ਆਪਾਂ ਨੇ ਪ੍ਰੋਜੈਕਟਾਈਲ ਦੀ along x axis at any time। ਹੁਣ ਜਦੋਂ ਪੋਜੀਸ਼ਨ ਦੀ ਗੱਲ ਕਰਨੀ, ਫਾਈਂਡ ਕਰਨ ਦੀ ਗੱਲ ਹੋਵੇ ਤਾਂ ਆਪਾਂ ਕੀ ਕਰਦੇ ਹੁੰਦੇ ਆ, ਇੱਥੇ ਸੈਕੰਡ ਇਕੁਏਸ਼ਨ ਮੋਸ਼ਨ ਯੂਜ਼ ਕਰਾਂਗੇ ਜੋ ਕੀ ਹੁੰਦਾ ਹੈ s is equal to ut plus half at²। ਹੁਣ ਇੱਥੇ s ਦੀ ਜਗ੍ਹਾ ਕੀ ਲਾਵਾਂਗੇ, along x axis ਆ, ਉਹ ਲਿਖਾਂਗੇ ਆਪਾਂ x is equal to ux initial velocity along x axis into time plus 1/2 ax t²। ਇਹਦੇ ਵਿੱਚ ਆਪਾਂ ਅੱਗੇ ਨੈਕਸਟ ਵੈਲਿਊ ਪੁੱਟ ਕਰਾਂਗੇ। ਉਹਦੇ ਲਈ ਦੇਖੋ x ਦੇ ਮੈਂ ਕੀ ਵਰਤਿਆ, x ਹੀ ਯੂਜ਼ ਕੀਤਾ। ਹੁਣ ux ਆ ਉਹ ਕੀ ਆਪਾਂ ਨੇ ਫਾਈਂਡ ਕੀਤਾ ਹੈ u cos θ, ਤੇ ਐਕਸਲੇਸ਼ਨ along x axis ਕੀ ਹੁੰਦੀ ਸੀ 0। ਇਹ ਵੈਲਿਊ ਨੂੰ ਆਪਾਂ ਜਿਹੜੀ ਪ੍ਰੀਵੀਅਸ ਇਕੁਏਸ਼ਨ ਆ ਉਹਦੇ ਵਿੱਚ ਸਬਸਟੀਟਿਊਟ ਕਰਾਂਗੇ। ਸੋ x is equal to u cos θ into t plus half 0 t²। ਆ ਟਰਮ ਤਾਂ 0 ਹੋਗੀ। ਸੋ ਇੱਥੋਂ t ਕਿਹਦੇ ਬਰਾਬਰ ਆ ਗਿਆ, t is equal to x upon u cos θ। ਸੋ ਇਹਨੂੰ ਮਾਰਕ ਕਰ ਦੋ ਨੰਬਰ 1। ਅਭੀ ਅਗਲਾ ਜਿਹੜਾ ਟੌਪਿਕ ਹੈ ਉਹ ਹੈਗਾ ਆਪਣਾ ਮੋਸ਼ਨ ਅਲੋਂਗ ਵਰਟੀਕਲ। ਇਹਦੇ ਵਿੱਚ ਕੀ ਦੇਖਣਾ ਆਪਾਂ ਨੇ, ਜੋ ਮੇਨ ਪੁਆਇੰਟ ਹੈ ਜੋ ਮੈਂ ਅੰਡਰਲਾਈਨ ਵੀ ਕੀਤਾ ਹੋਇਆ, ਕਿ ਜਦੋਂ ਵੈਲੋਸਿਟੀ ਦੀ ਗੱਲ ਕਰਦੇ ਆ ਆਪਾਂ ਪ੍ਰੋਜੈਕਟਾਈਲ ਦੀ ਅਲੋਂਗ ਵਰਟੀਕਲ, ਤਾਂ ਦੇਖਣ ਨੂੰ ਮਿਲਦਾ ਹੈ ਕਿ ਉਹਦੀ ਜਿਹੜੀ ਵੈਲੋਸਿਟੀ ਆ ਉਹ ਡਿਕਰੀਜ਼ ਹੋਈ ਜਾਂਦੀ ਹੈ। ਉਹਦਾ ਕਾਰਨ ਕੀ ਆ, ਡਿਊ ਟੂ ਇਫੈਕਟ ਆਫ ਗ੍ਰੈਵਿਟੀ। ਇਹਦੀ ਸਿੰਪਲ ਐਗਜ਼ਾਮਪਲ ਜੇ ਤੁਹਾਨੂੰ ਦੱਸਾਂ, ਜਦੋਂ ਕੋਈ ਬੈਟਸਮੈਨ ਸ਼ਾਟ ਖੇਲਦਾ, 6 ਲਗਾ ਰਿਹਾ ਹੈ, ਜਦੋਂ ਉਹਨੇ ਬਾਲ ਹਿੱਟ ਕੀਤੀ ਤਾਂ ਜਿਹੜੀ ਬਾਲ ਆ ਉਹ ਕੁਝ ਸਮਾਂ ਹੀ ਸਪੇਸ ਜਾਂ ਉੱਪਰ ਰਹਿੰਦੀ ਹੈ, ਹਵਾ ਦੇ ਵਿੱਚ ਰਹਿੰਦੀ ਆ। ਆਫਟਰ ਸਮ ਟਾਈਮ ਉਹ ਕੀ ਆਉਣੀ ਹੈ, ਉਹਨੇ ਗਰਾਊਂਡ ਤੇ ਆਉਣਾ। ਉਹਦਾ ਕਾਰਨ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਉਸ ਦੇ ਉੱਪਰ ਫੋਰਸ ਲੱਗਦੀ ਆ। ਉਹ ਫੋਰਸ ਕਿਹੜੀ ਹੁੰਦੀ ਆ, ਗ੍ਰੈਵਿਟੇਸ਼ਨ, ਫੋਰਸ ਆਫ ਗ੍ਰੈਵਿਟੀ। ਸੋ ਇਹ ਪੁਆਇੰਟ ਆ ਜਿਹੜਾ ਇਹਨੂੰ ਅੰਡਰਲਾਈਨ ਕਰਨਾ, ਲਿਖਣਾ ਇੰਪੋਰਟੈਂਟ ਪੁਆਇੰਟ ਆ ਇਹ। ਫਿਰ ਇਹਦੇ ਵਿੱਚ ਆਪਾਂ ਦੇਖਿਆ ਕਿ ਜਿਹੜੀ ਇਨੀਸ਼ੀਅਲ ਵੈਲੋਸਿਟੀ ਆ ਅਲੋਂਗ ਵਰਟੀਕਲ ਉਹ ਕੀ ਹੁੰਦੀ ਆ, u sin θ ਹੁੰਦਾ। ਆ ਦੇਖੋ ਡਾਇਗਰਾਮ ਦੇ ਵਿੱਚ ਜੋ ਕੀਤਾ ਸੀ ਆਪਾਂ ਨੇ, ਕਿ ਆ ਦੇਖੋ ਆ ਵਰਟੀਕਲ ਜਿਹੜੀ y ਐਕਸਿਸ ਆ ਉਹ ਵਰਟੀਕਲ ਨੂੰ ਸ਼ੋ ਕਰ ਰਹੀ ਹੈ, ਤਾਂ ਉਹਦੇ ਅਲੋਂਗ ਜਿਹੜੀ ਵੈਲੋਸਿਟੀ ਆ ਉਹ ਕੀ ਆਈ ਸੀ ਆਪਣੀ u sin θ। ਉਹ ਆਪਾਂ ਨੇ ਲਿਖ ਲਿਆ ਇੱਥੇ, ਆ ਦੇਖੋ u sin θ। ਹੁਣ ਗੱਲ ਆ ਜਾਂਦੀ ਹੈ ਕਿ ਐਕਸਲੇਸ਼ਨ ਕੀ ਹੋਵੇਗੀ। ਹੁਣ ਐਕਸਲੇਸ਼ਨ ਨੂੰ ਜੋ ਦੱਸਦਾ ਹੈ ਉਹ ਦੱਸਦਾ ਆਪਾਂ ਨੂੰ ਗ੍ਰੈਵਿਟੀ। ਗ੍ਰੈਵਿਟੀ ਕਰਕੇ ਹੀ ਉਹਦੇ ਵਿੱਚ ਦੇਖੋ ਵੈਲੋਸਿਟੀ ਪਹਿਲਾਂ ਡਿਕਰੀਜ਼ ਹੁੰਦੀ ਹੈ ਉੱਪਰ ਜਾ ਕੇ। ਜਿਹੜੀ ਵਰਟੀਕਲ ਵੈਲੋਸਿਟੀ ਆ, ਜਦੋਂ ਬੈਟਸਮੈਨ ਹਿੱਟ ਕਰਦਾ ਹੈ, ਸ਼ਾਟ ਲਾ ਰਿਹਾ ਉਹ ਬੜਾ 6 ਵਗੈਰਾ ਲਗਾ ਰਿਹਾ ਹੈ, ਤਾਂ ਇੱਕ ਸਮਾਂ ਇਹੋ ਜਿਹਾ ਹੁੰਦਾ ਕਿ ਜਿਹੜੀ ਸਪੇਸ ਦੇ ਉੱਪਰ ਜਾ ਕੇ ਜਿਹੜੀ ਬਾਲ ਆ ਉਹ ਰੁਕ ਜਾਂਦੀ ਹੈ। ਉਸ ਵੇਲੇ ਉਹਦੀ ਵੈਲੋਸਿਟੀ ਡਿਕਰੀਜ਼ ਹੁੰਦੀ ਹੈ, ਫਿਰ ਉਹ ਥੱਲੇ ਆ ਰਹੀ ਹੈ ਬਾਲ। ਉਹਦਾ ਕਾਰਨ ਹੈਗਾ ਗ੍ਰੈਵਿਟੀ। ਸੋ ਜਿਹੜੀ ਉਹਦੀ ਐਕਸਲੇਸ਼ਨ ਆ ਉਹਨੂੰ ਅਲੋਂਗ ਵਰਟੀਕਲ ਉਹ ਕੌਣ ਇਫੈਕਟ ਕਰ ਰਹੀ ਆ, ਗ੍ਰੈਵਿਟੀ ਕਰ ਰਹੀ ਹੈ ਜੀ। ਸੋ ਜਿਹੜਾ ਐਕਸਲੇਸ਼ਨ ਆ ਗਈ ਅਲੋਂਗ ਵਰਟੀਕਲ ਉਹ ਆ ਗਈ ਆਪਣੀ ਜੀ। ਹੁਣ ਇਹਦੇ ਨਾਲ ਮੈਂ ਸਾਈਨ ਲਾਵਾਂਗਾ ਨੈਗੇਟਿਵ। ਨੈਗੇਟਿਵ ਇਸ ਕਰਕੇ ਲਾਇਆ ਕਿਉਂਕਿ ਜਦੋਂ ਆਪਾਂ ਨੇ ਦੇਖਿਆ ਕਿ ਜਦੋਂ ਉਹਨੂੰ ਇਨੀਸ਼ੀਅਲ ਵੈਲੋਸਿਟੀ ਦਿੱਤੀ ਤਾਂ ਬਾਡੀ ਜਦੋਂ ਉੱਪਰ ਜਾ ਰਹੀ ਹੁੰਦੀ ਆ, ਤੁਸੀਂ ਇਹ ਸਾਈਨ ਕਨਵੈਨਸ਼ਨ 9th 'ਚ ਵੀ ਪੜ੍ਹਿਆ ਸੀ। ਅੱਗੇ ਜਿਹੜਾ ਯੂਨਿਟ ਆਪਣੀ ਗ੍ਰੈਵਿਟੇਸ਼ਨ 'ਚ ਉਹਦੇ ਵਿੱਚ ਵੀ ਪੜਾਂਗੇ। ਜਦੋਂ ਕੋਈ ਆਬਜੈਕਟ ਉੱਪਰ ਜਾ ਰਿਹਾ ਹੁੰਦਾ ਹੈ ਤਾਂ ਉਹਦਾ ਜਿਹੜੀ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਆ ਉਹਦੇ ਨਾਲ ਆਪਾਂ ਸਾਈਨ ਹਮੇਸ਼ਾ ਨੈਗੇਟਿਵ ਦਾ ਲੈਂਦੇ ਹਾਂ। ਸੋ ਜਿਹਦੇ ਨਾਲ ਆਪਾਂ ਨੇ ਇੱਥੇ ਕੀ ਲਿਆ, ਮਾਈਨਸ ਸਾਈਨ। ਹਾਂ ਵੀ ਅੱਗੇ ਆਪਾਂ ਪੜਾਂਗੇ ਪੋਜੀਸ਼ਨ ਆਫ ਪ੍ਰੋਜੈਕਟਾਈਲ ਅਲੋਂਗ y ਐਕਸਿਸ ਐਟ ਐਨੀ ਟਾਈਮ t। ਉਹਦੇ ਵਾਸਤੇ ਮੈਂ ਇੱਥੇ ਸੈਕੰਡ ਇਕੁਏਸ਼ਨ ਮੋਸ਼ਨ ਜਿਹੜੀ ਹੁੰਦੀ ਸੀ ਆਪਣੀ s is equal to ut plus half at² ਅਪਲਾਈ ਕੀਤੀ।
ਆਪਾਂ y ਐਕਸਿਸ ਦੇ ਅਲੋਂਗ ਲੈ ਰਹੇ ਹਾਂ, ਇਸ ਕਰਕੇ y ਇਜ਼ ਇਕੁਅਲ ਟੂ ਯੂ ਵਾਈ ਟੀ ਪਲੱਸ ਹਾਫ ਇਹ ਵਾਈ ਟੀ ਸਕੁਅਰ ਲਿਖਾਂਗੇ ਆਪਾਂ। ਸੋ ਉਹ ਤੋਂ ਬਾਅਦ ਵੈਲਿਊ ਪੁੱਟ ਕਰਾਂਗੇ, y ਦੀ ਤਾਂ y ਆ ਜਾਣੀ ਹੈ, ਜਿਹੜਾ ਯੂ ਵਾਈ ਆ ਉਹ ਆਊਗੀ ਆਪਣਾ ਯੂ ਸਾਈਨ ਥੀਟਾ ਤੇ ਏ ਵਾਈ ਆਪਾਂ ਨੇ ਲਿਆ ਮਾਈਨਸ ਜੀ। ਆਫਟਰ ਪੁਟਿੰਗ ਥੀਸ ਵੈਲਿਊ ਵੀ ਗੈਟ ਆ ਇਕੁਏਸ਼ਨ ਦਿਸ। ਫਿਰ ਥੋੜਾ ਜਿਹਾ ਹੋਰ ਇਹਨੂੰ ਆਪਾਂ ਨੇ ਸਿੰਪਲੀਫਾਈ ਕੀਤਾ, ਸਿੰਪਲੀਫਾਈ ਕਰਨ ਤੋਂ ਬਾਅਦ ਆ ਇਕੁਏਸ਼ਨ ਬਣ ਗਈ ਆਪਣੀ, ਇਹਨੂੰ ਮਾਰਕ ਕਰ ਦੇਣਾ ਆਪਾਂ ਨੇ 2। ਨੈਕਸਟ ਆ ਜਾਂਦਾ ਕਿ ਇਕੁਏਸ਼ਨ ਆਫ ਟ੍ਰੈਜੈਕਟਰੀ। ਇਕੁਏਸ਼ਨ ਆਫ ਟ੍ਰੈਜੈਕਟਰੀ ਕੀ ਹੁੰਦੀ ਹੈ? ਪਹਿਲਾਂ ਟ੍ਰੈਜੈਕਟਰੀ ਬਾਰੇ ਮੈਂ ਪ੍ਰੀਵੀਅਸ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਡਿਸਕਸ ਕਰ ਚੁੱਕਿਆ। ਜੇ ਤੁਹਾਨੂੰ ਇਹ 'ਚ ਡਾਊਟ ਆ ਤਾਂ ਰਾਈਟ ਸਾਈਡ ਇਸ ਵੀਡੀਓ ਦੇ ਉੱਪਰ ਆਈ ਦਾ ਬਟਨ ਆ ਰਿਹਾ ਹੋਣਾ, ਉਸ ਨੂੰ ਕਲਿੱਕ ਕਰੋਗੇ ਤਾਂ ਤੁਹਾਨੂੰ ਪ੍ਰੀਵੀਅਸ ਵੀਡੀਓ ਜਿਹੜਾ ਲੈਕਚਰ ਕੀਤਾ ਸੀ ਆਪਾਂ ਨੇ ਉਹਦੇ ਵਿੱਚ ਇਹ ਟੌਪਿਕ ਕਲੀਅਰ ਹੋ ਜਾਊਗਾ। ਸੋ ਟਾਈਮ ਨਾ ਵੇਸਟ ਕਰਦੇ ਹੋਏ ਮੈਂ ਹੁਣ ਕੀ ਕਰਦਾ, ਇਹਦੇ ਵਾਸਤੇ ਇਕੁਏਸ਼ਨ ਫਾਈਂਡ ਕਰਦਾ। ਤਾਂ ਮੈਂ ਕੀ ਕਰਾਂਗਾ, ਜਿਹੜਾ ਪੁੱਟ ਕਰਾਂਗੇ ਟੀ ਦੀ ਵੈਲਿਊ ਜੋ ਆਪਾਂ ਨੇ ਪਹਿਲਾਂ ਫਾਈਂਡ ਕੀਤੀ ਆ ਇਨ ਇਕੁਏਸ਼ਨ 2, ਜਿਹੜੀ ਆਪਾਂ ਨੇ 2 ਫਾਈਂਡ ਕੀਤੀ ਇਕੁਏਸ਼ਨ, ਇਹਦੇ ਵਿੱਚ ਟੀ ਦੀ ਵੈਲਿਊ ਪੁੱਟ ਕਰਾਂਗੇ ਤਾਂ y is equal to u sin theta into x upon ਇਹਦੀ ਵੈਲਿਊ ਆਪਾਂ ਫਾਈਂਡ ਕਰ ਚੁੱਕੇ ਹਾਂ ਪਿੱਛੇ, u cos theta minus half g x square upon u square cos square theta। ਸੋ ਦੇਖੋ ਵੀ ਇਹਦੇ ਵਿੱਚ ਵੈਲਿਊ ਪੁੱਟ ਕਰਨ ਤੋਂ ਬਾਅਦ ਜੋ ਕੱਟ ਰਿਹਾ ਉਹਨੂੰ ਕੱਟ ਦਾਂਗੇ ਆਪਾਂ, ਜਿਵੇਂ u ਨਾਲ u ਕੈਂਸਲ ਹੋ ਗਿਆ ਤਾਂ ਅੱਗੇ ਕੀ ਆ ਗਿਆ ਆਪਣਾ, ਇਹਦੇ ਵਿੱਚ y is equal to x tan theta। ਹੁਣ tan theta ਕਾਹਤੇ ਆਇਆ, ਤੁਹਾਨੂੰ 10th ਚ ਪੜਿਆ ਹੋਇਆ ਤੁਸੀਂ ਕਿ sin theta upon cos theta ਇਹ ਕਿਹਦੇ ਬਰਾਬਰ ਹੁੰਦਾ ਹੈ, tan theta ਦੇ ਬਰਾਬਰ ਹੁੰਦਾ ਹੈ। ਸੋ ਇਹਨਾਂ ਨੂੰ ਇਕੱਠਾ ਕਰਕੇ ਆਪਾਂ ਨੇ ਜੋ ਲਿਖਿਆ ਉਹ ਆਇਆ ਆਪਣਾ x tan theta minus half g x square upon u square cos square theta। ਸੋ ਜਿਹੜੀ ਆ ਇਕੁਏਸ਼ਨ ਆਈ ਇਹ ਕਿਹਦੀ ਇਕੁਏਸ਼ਨ ਆ, ਇਹ ਵੀ ਆਪਣੀ ਇਕੁਏਸ਼ਨ ਹੈਗੀ ਆ ਇਕੁਏਸ਼ਨ ਆਫ ਪੈਰਾਬੋਲਾ। ਸੋ ਇਹ ਯਾਦ ਰੱਖਣਾ ਹੈ, ਆ ਸਾਰਾ ਕਾਂਸਟੈਂਟ ਸਮਝਿਓ ਜਿਹੜਾ tan 2 ਵਾਲਾ, ਤੇ ਆਹ ਜਦੋਂ y ਪ੍ਰੋਪੋਰਸ਼ਨਲ ਟੂ x ਸਕੁਅਰ ਆ ਜਾਵੇ ਤਾਂ ਇਹ ਇਕੁਏਸ਼ਨ ਹੁੰਦੀ ਹੈ ਹਮੇਸ਼ਾ ਆਪਣੀ ਪੈਰਾਬੋਲਾ ਦੀ। ਸੋ ਲਾਸਟ ਜਿਹੜਾ ਟੌਪਿਕ ਆ ਅੱਜ ਦਾ ਆਪਣਾ ਉਹ ਹੈ ਟਾਈਮ ਆਫ ਲਾਈਟ। ਟਾਈਮ ਆਫ ਲਾਈਟ ਕੀ ਹੁੰਦਾ ਹੈ ਕਿ ਜਦੋਂ ਕੋਈ ਪ੍ਰੋਜੈਕਟਾਈਲ ਗਰਾਊਂਡ ਦੇ ਵਾਪਸ ਆ ਜਾਂਦਾ ਤਾਂ ਉਹਨੂੰ ਜਿੰਨਾ ਸਮਾਂ ਲੱਗਿਆ, ਜਿੰਨਾ ਟਾਈਮ ਲੱਗਿਆ ਉਹਨੂੰ ਕਹਿੰਦੇ ਆਪਾਂ ਟਾਈਮ ਆਫ ਲਾਈਟ, ਜਿਹਨੂੰ ਆਪਾਂ ਕੈਪੀਟਲ ਟੀ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਹੁਣ ਇਹ ਆਪਾਂ ਪੜ੍ਹ ਚੁੱਕੇ ਸੀ ਪਹਿਲਾਂ ਵੀ ਜਦੋਂ ਹੌਰੀਜ਼ੌਂਟਲ ਗੱਲ ਕੀਤੀ ਸੀ ਆਪਣੇ ਪ੍ਰੀਵੀਅਸ ਵੀਡੀਓ ਦੇ ਵਿੱਚ। ਸੋ ਨੈਕਸਟ ਇਹਦੇ ਵਿੱਚ ਤੁਸੀਂ ਆ ਨੈਕਸਟ ਪੁਆਇੰਟ ਨੂੰ ਵੀ ਅੰਡਰਲਾਈਨ ਕਰਨਾ ਇੰਪੋਰਟੈਂਟ ਆ ਕਿ ਫਰੋਮ ਪੁਆਇੰਟ O to A ਐਂਡ ਪੁਆਇੰਟ A to Q ਆਰ ਸਿਮੈਟ੍ਰੀਕਲ, ਸੇਮ ਮੰਨੇ ਜਾਂਦੇ ਆ। ਡਾਇਗਰਾਮ 'ਚ ਦੇਖੋ ਇਹਦੇ ਵਿੱਚ ਜਿਹੜਾ O ਤੋਂ A ਆ ਆਹ ਤੇ A ਤੋਂ Q ਜਿਹੜਾ ਇਹ ਪੁਆਇੰਟ ਆ, ਇਹ ਜਿਹੜਾ ਪਾਥ ਕਹਿ ਲਓ ਇਹ ਕੀ ਹੋਊਗਾ, ਸੇਮ ਹੋਊਗਾ, ਸਿਮੈਟ੍ਰੀਕਲ ਹੋਊਗਾ। ਉਹਨੂੰ ਆਪਾਂ ਸੇਮ ਦੇ ਨਾਂ ਤੇ ਕੀ ਕਹਤਾ, ਦੇ ਆਰ ਸਿਮੈਟ੍ਰੀਕਲ। ਹੁਣ ਉਸ ਤੋਂ ਬਾਅਦ ਜਿਹੜਾ ਨੈਕਸਟ ਪੁਆਇੰਟ ਲਿਖਿਆ ਮੈਂ ਕਿ ਟਾਈਮ ਆਫ ਏਸੈਂਟ, ਏਸੈਂਟ ਹੁੰਦਾ ਚੜਾਈ ਕਰਨਾ, ਜਦੋਂ ਜਰਨੀ ਸਟਾਰਟ ਹੁੰਦੀ ਹੈ ਇਹਦੀ O ਤੋਂ A, ਇਸ ਨੂੰ ਕਹਿੰਦੇ ਆਪਾਂ ਟਾਈਮ ਆਫ ਏਸੈਂਟ। ਤੇ ਜਦੋਂ A ਤੋਂ Q ਵੱਲ ਆ ਰਹੇ ਹੁੰਦੇ ਆ ਇਹ ਹੁੰਦਾ ਡੀਸੈਂਟ, ਜਦੋਂ ਥੱਲੇ ਉਤਰਿਆ ਹੁੰਦਾ ਕੁਝ ਚੀਜ਼ ਉਹਨੂੰ ਕਹਿੰਦੇ ਆ ਡੀਸੈਂਟ। ਤਾਂ ਕਿੰਨਾ ਸਮਾਂ ਲੱਗਿਆ ਉਹ ਆਪਾਂ ਦੇਖਣ ਨੂੰ ਮਿਲਦਾ ਹੈ, ਉਹ ਸੇਮ ਹੁੰਦਾ, ਉਹ ਕੀ ਹੋਊਗਾ ਤੁਹਾਡਾ T ਹਾਫ। ਪਹਿਲਾਂ O ਤੋਂ A ਆਪਾਂ ਨੇ, ਫਿਰ A ਤੋਂ Q ਜਿਹੜਾ ਟਾਈਮ ਆਫ ਏਸੈਂਟ ਐਂਡ ਟਾਈਮ ਆਫ ਡੀਸੈਂਟ ਉਹ ਕਿੰਨਾ ਹੋਊਗਾ ਆਪਣਾ T ਹਾਫ ਹੋਊਗਾ। ਕਿਉਂਕਿ ਟੋਟਲ ਟਾਈਮ ਆਪਣਾ T ਆ ਤਾਂ O ਤੋਂ ਲੈ ਕੇ A ਉਹ T ਹਾਫ, A ਤੋਂ ਲੈ ਕੇ Q ਉਹ ਵੀ T ਹਾਫ ਹੋਊਗਾ। ਦੋਨਾਂ ਦਾ ਸਮ ਕਰਾਂਗੇ ਤਾਂ ਆਪਾਂ ਨੂੰ T ਹੀ ਮਿਲੇਗਾ। ਸੋ ਇਹਨੂੰ ਆਪਾਂ ਨੇ ਨੋਟ ਕਰਨਾ ਇੰਪੋਰਟੈਂਟ ਪੁਆਇੰਟ ਆ ਇਹ, ਟਾਈਮ ਆਫ ਏਸੈਂਟ ਕੀ ਹੁੰਦਾ ਤੇ ਡੀਸੈਂਟ ਕੀ ਹੁੰਦਾ, ਬਰਾਬਰ ਹੋਣਗੇ। ਹੁਣ ਇੱਕ ਗੱਲ ਯਾਦ ਰੱਖਣੀ ਆ, ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਜਦੋਂ ਕੋਈ ਬੋਡੀ ਜਾਂ ਪਾਰਟੀਕਲ ਜਾਂ ਕੋਈ ਵੀ ਪ੍ਰੋਜੈਕਟਾਈਲ ਹਾਈਟ ਤੇ ਆ ਜਾਂਦਾ, ਜਿਵੇਂ ਆ ਮੈਕਸਿਮਮ ਹਾਈਟ ਕਹਿ ਲਓ ਇੱਥੇ ਆ ਗਿਆ, ਤਾਂ ਉਹਦੀ ਜਿਹੜੀ ਵੈਲੋਸਿਟੀ ਹੁੰਦੀ ਆ ਵਰਟੀਕਲ ਉਹ ਕੀ ਹੋ ਜਾਂਦਾ, ਵੈਕਟਰ ਕੰਪੋਨੈਂਟ 0 ਹੋ ਜਾਂਦਾ। ਜਿਵੇਂ ਆਪਾਂ ਇੱਕ ਵਾਰ ਹੋਰ ਇੱਕ ਐਗਜ਼ਾਮਪਲ ਨਾਲ
ਇਹਨੂੰ ਸਮਝਦੇ ਆ। ਜਿਵੇਂ ਮੈਂ ਕੋਈ ਇੱਕ ਕੁਆਇਨ ਨੂੰ ਡ੍ਰੌਪ ਕੀਤਾ, ਮਤਲਬ ਉਹਨੂੰ ਟੌਸ ਕੀਤਾ, ਡ੍ਰੌਪ ਦੀ ਬਜਾਏ ਟੌਸ ਕੀਤਾ, ਤਾਂ ਜਦੋਂ ਉੱਪਰ ਜਾਊਗਾ ਤਾਂ ਇੱਕ ਇਹੋ ਜਿਹਾ ਸਮਾਂ ਆਵੇਗਾ ਉਸ ਪੁਆਇੰਟ ਦੇ ਉੱਪਰ ਜਾ ਕੇ ਉਹ ਕੁਆਇਨ ਰੁਕ ਜਾਵੇਗਾ, ਤਾਂ ਜਾਂ ਕਹਿ ਸਕਦੇ ਉਹਦੀ ਵੈਲੋਸਿਟੀ ਕੀ ਹੋ ਜੂਗੀ, 0 ਹੋ ਜੂਗੀ। ਸੋ ਉਹਦਾ ਵਰਟੀਕਲ ਕੰਪੋਨੈਂਟ ਕੀ ਹੋਊਗਾ, ਜੇ ਆਪਾਂ ਇਨ ਪਲੇਨ ਗੱਲ ਕਰੀਏ, ਉਹ ਆਊਗਾ 0। ਸੋ ਅਤੇ y ਕੀ ਹੋਊਗਾ, 0 ਦੇ ਇਕੁਅਲ ਹੋਊਗਾ। ਨੈਕਸਟ ਇਹਦੇ ਵਿੱਚ ਆਪਾਂ ਨੇ ਹੁਣ ਇਹਦੀ velocity of projectile at any time t along y axis फाइंड करनी है। ਤਾਂ ਦੇਖੋ ਇਹਦੇ ਵਾਸਤੇ ਆਪਾਂ ਯੂਜ਼ ਕਰਾਂਗੇ ਫਸਟ ਇਕੁਏਸ਼ਨ ਮੋਸ਼ਨ, ਜੋ ਕੀ ਸੀ ਆਪਣੀ vy is equal to uy plus ay t ਦੇ ਬਰਾਬਰ ਹੁੰਦਾ ਹੈ। ਫਸਟ ਇਕੁਏਸ਼ਨ ਮੋਸ਼ਨ v is equal to u plus at ਦਾ ਫਾਰਮੂਲਾ ਯੂਜ਼ ਕੀਤਾ ਇੱਥੇ, ਕਿ along y axis ਦੀ ਗੱਲ ਕੀਤੀ ਜਾ ਰਹੀ ਆ, ਤਾਂ ਹਰੇਕ ਨਾਲ y axis ਲਾਤਾ, y ਲਾਤਾ। ਤਾਂ ਹੁਣ ਮੈਂ ਤੁਹਾਨੂੰ ਇਹ 'ਚ ਦੱਸ ਕੇ ਹਟਿਆ ਕਿ ਫਾਈਨਲ ਵੈਲੋਸਿਟੀ ਤਾਂ 0 ਹੋ ਜਾਂਦੀ ਹੈ, ਤਾਂ 0 ਮਾਰਕ ਕਰਤੀ। ਆ ਆਪਾਂ ਨੂੰ ਪਤਾ ਹੈ ਇਨੀਸ਼ੀਅਲ ਵੈਲੋਸਿਟੀ ਕੀ ਸੀ, u sin ਥੀਟਾ। ਇਹ ਆਪਾਂ ay ਨੂੰ g ਲਿਆ ਸੀ ਮਾਈਨਸ, ਜਦੋਂ ਉੱਪਰ ਜਾ ਰਿਹਾ ਆਬਜੈਕਟ ਤਾਂ ਆਪਾਂ ਗ੍ਰੈਵਿਟੀ ਦੀ ਨਾਲ ਸਾਈਨ ਨੈਗੇਟਿਵ ਲੈਂਦੇ ਆ, ਤੇ t ਦੇ ਨਾਲ ਆਪਾਂ ਕੀ ਲਿਖਣਾ ਹੈ, ਕੈਪੀਟਲ T ਅਪੋਨ ਹਾਫ। ਸੋ ਇਹਨੂੰ ਰੀਅਰੇਂਜ ਕਰਨ ਤੋਂ ਬਾਅਦ ਮੇਰੇ ਕੋਲ ਜਿਹੜੀ ਇਕੁਏਸ਼ਨ ਬਣੀ ਉਹ ਆਊਗੀ t is equal to 2u sin ਥੀਟਾ ਅਪੋਨ g। ਇਸ ਫਾਰਮੂਲੇ ਨੂੰ ਕੀ ਕਿਹਾ ਜਾਂਦਾ ਹੈ, ਟਾਈਮ ਆਫ ਫਲਾਈਟ।